ਤਾਂ ਹਿਸਟਰੀ ਚੋਂ ਆਪਾਂ ਕੱਲ ਲਾਸਟ ਤੇ ਜਿਹੜਾ ਕੰਮ ਕੀਤਾ ਸੀਗਾ ਉਹ ਕੀਤਾ ਸੀਗਾ ਅਪ ਟੂ ਦੈਟ ਇਜ਼ ਕੀ ਆ ਮੌਰੀਆ ਵੰਸ਼। ਤੇ ਮੌਰੀਆ ਵੰਸ਼ ਦੀ ਸਥਾਪਨਾ ਕਿਸ ਤਰੀਕੇ ਨਾਲ ਹੋਈ, ਕਿਹੜੇ ਕਿਹੜੇ ਰਾਜੇ ਮੌਰੀਆ ਵੰਸ਼ ਚ ਆਏ। ਤੇ ਲਾਸਟ ਆਪਾਂ ਕੀਤਾ ਸੀਗਾ ਅਸ਼ੋਕ ਦਾ, ਕਿ ਅਸ਼ੋਕ ਰਾਜਾ ਹੋਇਆ। ਅਸ਼ੋਕ ਰਾਜਾ ਪਹਿਲਾਂ ਥੋੜਾ ਜਿਹਾ ਨਿਰਦਈ ਰਾਜਾ ਆਪਾਂ ਪੜ੍ਹਿਆ ਸੀਗਾ, ਪਰ ਬਾਅਦ ਚੋਂ ਚੇਂਜ ਹੋਇਆ ਤੇ ਉਹਨੇ ਬੁੱਧਿਜ਼ਮ ਨੂੰ ਕੀ ਵੱਡੇ ਪੱਧਰ ਤੇ। ਤਾਂ ਆਪਾਂ ਕੱਲ ਪੜ੍ਹਿਆ ਸੀ ਕਿ ਚੰਦਰਗੁਪਤ ਮੌਰੀਆ ਤੇ ਅਸ਼ੋਕ ਹੀ ਜੈਨੀ ਸੀਗਾ, ਉਹਨੇ ਜੈਨਿਜ਼ਮ ਤੇ ਕਾਫੀ ਫੋਕਸ ਕੀਤਾ। ਪਹਿਲਾਂ ਸਟਾਰਟਿੰਗ ਚੋਂ ਮਤਲਬ ਹਿੰਦੂਇਜ਼ਮ ਵੱਲ, ਪਰ ਹੌਲੀ ਹੌਲੀ ਜੈਨਿਜ਼ਮ ਵੱਲ ਗਏ। ਪਰ ਜਿਹੜੇ ਅਸ਼ੋਕ ਰਾਜਾ ਅਸ਼ੋਕ ਆ ਉਹ ਦੈਟ ਇਜ਼ ਕੀ ਟਿਲਟਡ ਹੋ ਗਏ ਸੀ ਕਿੱਧਰਲੇ ਪਾਸੇ, ਬੁੱਧਿਜ਼ਮ ਵਾਲੇ ਪਾਸੇ। ਅਸੀਂ ਦੇਖਦੇ ਹਾਂ ਕਿ ਨਾਲ ਆਪਾਂ ਇਤਿਹਾਸ ਪੜ੍ਹ ਰਹੇ ਹਾਂ। ਆਪਾਂ ਸਟਾਰਟਿੰਗ ਦੇ ਵਿਚਕਾਰ ਗੱਲਾਂ ਵੀ ਕਿਹੜਾ ਕਿਹੜਾ ਰਾਜਾ ਆਇਆ ਇਹਦੇ ਬਾਰੇ ਪੜ੍ਹੇ ਸੀ। ਅਸੀਂ ਦੇਖਦੇ ਹਾਂ ਕਿ ਅਸ਼ੋਕ ਤੋਂ ਬਾਅਦ ਜਾਂ ਅਸ਼ੋਕ ਦੇ ਸਮੇਂ ਬਹੁਤ ਹੀ ਵੱਡਾ ਭਾਰਤ ਬਣ ਗਿਆ ਸੀਗਾ। ਪੱਛਮੀ ਬੰਗਾਲ, ਬਿਹਾਰ ਤੋਂ ਲੈ ਕੇ ਅਪ ਟੂ ਅਫਗਾਨਿਸਤਾਨ ਤੱਕ ਦਾ ਰਾਜ, ਹੇਠੋਂ ਕਲਿੰਗਾ, ਉੜੀਸਾ, ਮਹਾਰਾਸ਼ਟਰ ਤੱਕ ਦਾ ਰਾਜ, ਉੱਪਰੋਂ ਜੰਮੂ ਕਸ਼ਮੀਰ ਤੱਕ ਦਾ ਰਾਜ ਕਿਹਦੇ ਕੋਲ ਸੀਗਾ? ਮੌਰੀਆ ਵੰਸ਼ ਦੇ ਰਾਜਾ ਕੋਲ। ਤਾਂ ਐਡਾ ਵੱਡਾ ਸਿਸਟਮ ਬਣ ਗਿਆ। ਤਾਂ ਅਸ਼ੋਕ ਤੱਕ ਤਾਂ ਰਾਜੇ ਸਾਰੇ ਸਟਰੋਂਗ ਆਏ, ਪਰ ਇਹ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਆਫਟਰ ਅਸ਼ੋਕ ਤੋਂ ਬਾਅਦ ਰਾਜ ਭਾਗ ਟੁੱਟਣਾ ਕੀ ਹੋ ਗਿਆ ਸਟਾਰਟ। ਰਾਜ ਭਾਗ ਟੁੱਟਣਾ ਵੀ ਪਹਿਲਾਂ ਜਿਵੇਂ ਛੋਟੇ ਸਟੇਟਾਂ ਨੂੰ ਜਿੱਤ ਕੇ ਰਾਜਾ ਇੱਕ ਵੱਡਾ ਸਟੇਟ ਬਣਾਇਆ ਸੀਗਾ, ਉਵੇਂ ਦੁਬਾਰਾ ਤੋਂ ਸਟੇਟ ਟੁੱਟਣੇ ਕੀ ਹੋ ਜਾਣਗੇ, ਸਟਾਰਟ ਹੋ ਜਾਣਗੇ। ਭਾਰਤ ਵਿੱਚ ਅਲੱਗ-ਅਲੱਗ ਰਾਜੇ ਆਉਣੇ ਕੀ ਹੋ ਜਾਣਗੇ, ਸਟਾਰਟ। ਲਿਖੋ ਮੌਰੀਆ ਵੰਸ਼ ਦਾ ਆਖਰੀ ਰਾਜਾ ਦਸ਼ਰਥ। ਮੌਰੀਆ ਵੰਸ਼ ਦਾ ਆਖਰੀ ਰਾਜਾ ਦਸ਼ਰਥ ਨੂੰ ਉਹ ਨਹੀਂ ਹੈਗੇ ਜਿਹੜੇ ਰਾਮ ਕ੍ਰਿਸ਼ਨ ਦੇ ਪਿਤਾ ਨੇ, ਇਹ ਹੋਰ ਦਸ਼ਰਥ ਨੇ। ਤਾਂ ਮੌਰੀਆ ਵੰਸ਼ ਦੇ ਆਖਰੀ ਰਾਜਾ ਦਸ਼ਰਥ। ਇਸ ਤੋਂ ਬਾਅਦ ਭਾਰਤ ਛੋਟੇ ਛੋਟੇ ਦੇਸ਼ਾਂ ਵਿੱਚ ਟੁੱਟ ਗਿਆ। ਜਿਵੇਂ ਕਿ ਉੱਤਰ ਭਾਰਤ ਵਿੱਚ ਪੰਜਾਬ ਵਾਲੇ ਪਾਸੇ ਉੱਤਰ ਭਾਰਤ ਵਿੱਚ ਸ਼ੁੰਗਾ ਵੰਸ਼ ਦੀ ਸਥਾਪਨਾ ਹੋਈ। ਸ਼ੁੰਗਾ ਵੰਸ਼ ਦੀ ਸਥਾਪਨਾ ਹੋਈ, ਜਿਸ ਦੇ ਮੁਖੀ ਪੁਸ਼ਯਾਮਿਤਰ ਸ਼ੁੰਗਾ ਸਨ। ਪੁਸ਼ਯਾਮਿਤਰ ਸ਼ੁੰਗਾ ਸਨ। ਇਹਨਾਂ ਦੇ ਸਮੇਂ ਹੀ, ਭਾਵ ਸ਼ੁੰਗਾ ਵੰਸ਼ ਸਮੇਂ, ਮਹਾਰਿਸ਼ੀ ਪਤੰਜਲੀ ਹੋਏ। ਇਹਨਾਂ ਸਮੇਂ ਹੀ ਮਹਾਰਿਸ਼ੀ ਪਤੰਜਲੀ ਹੋਏ ਨੇ। ਤੁਹਾਨੂੰ ਪਤਾ ਕਿ ਪਤੰਜਲੀ ਦਾ ਨਾਮ ਆ ਉਹ ਜੁੜਿਆ ਹੋਇਆ ਯੋਗ ਦੇ ਨਾਲ, ਤੇ ਨਾਲ ਜੁੜਿਆ ਹੋਇਆ ਕਿਹਦੇ ਨਾਲ? ਆਯੁਰਵੈਦ ਨਾਲ। ਤਾਂ ਯੋਗ ਤੇ ਆਯੁਰਵੈਦ ਦੇ ਨਾਲ ਮਹਾਰਿਸ਼ੀ ਪਤੰਜਲੀ ਜੁੜੇ ਹੋਏ ਨੇ। ਤਾਂ ਆਯੁਰਵੈਦ 'ਚ ਬਹੁਤ ਸਾਰੀਆਂ ਖੋਜਾਂ ਯੋਗ ਤੇ, ਕਿਉਂਕਿ ਫਿਰ ਕਹਿਣਾ ਕਿਹੜਾ ਯੋਗ ਆ ਨਾ, ਫਿਰ ਉਹੀ ਗੱਲ ਕੁਐਸਚਨ ਆਇਆ ਕਿ ਯੋਗ ਕਿਹਦਾ ਭਾਗ ਆ। ਅਸਲ ਵਿੱਚ ਯੋਗ ਭਾਗ ਹੈਗਾ ਰਿਗਵੇਦ ਦਾ। ਰਿਗਵੇਦ 'ਚ ਭਾਗ ਲਿਖਿਆ ਹੈ ਕਿ ਅਸੀਂ ਰੱਬ ਨੂੰ ਖੁਸ਼ ਕਰਨ ਵਾਸਤੇ ਯੋਗ ਕਰਨਾ, ਤੇ ਯੋਗਾ ਇਜ਼ ਅ ਪਾਰਟ ਆਫ ਰਿਗਵੇਦ। ਕਿ ਅਸੀਂ ਰੱਬ ਨੂੰ ਖੁਸ਼ ਕਰਨ ਵਾਸਤੇ ਇਕੱਲੇ ਗਾਣੇ ਨਹੀਂ ਗਾਉਣੇ, ਤਾਂ ਅਸੀਂ ਹੋਰ ਵੀ ਬਹੁਤ ਕੁਝ ਕਰਨਾ, ਉਹ 'ਚ ਇੱਕ ਭਾਟ ਕੇ ਯੋਗਾ ਵੀ ਆ। ਤਾਂ ਹੀ ਜਿਹੜੇ ਸੰਤ ਸੰਨਿਆਸੀ ਹੁੰਦੇ ਸੀਗੇ, ਜੰਗਲਾਂ 'ਚ ਜਾਂਦੇ ਸੀਗੇ, ਤਾਂ ਰੱਬ ਦੀ ਭਗਤੀ ਨਹੀਂ ਕਰ ਰਹੇ ਇਕੱਲਾ, ਨਾਲੋਂ 2-2 4 ਘੰਟੇ ਕਰਦੇ ਯੋਗਾ ਕਰਦੇ। ਸਮਝੇ ਗੱਲ ਨੂੰ? ਤਾਂ ਹੀ ਉਹਨਾਂ ਦੀ ਉਮਰਾਂ 120 ਸਾਲ, 130 ਸਾਲ, 140 ਸਾਲ ਲੰਮੀਆਂ ਜਾਂਦੀਆਂ ਸੀ, ਕਿਉਂਕਿ ਉਹ ਫਰੀ ਨੇ, ਉੱਥੇ ਹੋਰ ਕੰਮ ਹੈ ਨਹੀਂਗਾ। ਸਵੇਰੇ ਰੱਬ ਦੀ ਭਗਤੀ ਕੀਤੀ, ਆਸਨ ਕੀਤੇ, ਫਿਰ ਫਿਜ਼ੀਕਲ ਐਕਟੀਵਿਟੀਜ਼ 'ਤੇ ਆ ਗਏ, ਫਿਰ ਰਾਤ ਨੂੰ ਸ਼ਾਮ ਨੂੰ ਆਸਨ ਕੀਤੇ, ਰੱਬ ਦੀ ਭਗਤੀ ਕੀਤੀ। ਫਿਰ ਤਾਂ ਉਹ ਯੋਗਾ ਅਸਲ ਵਿੱਚ ਸਾਧੂਆਂ ਦਾ ਬਣਿਆ ਹੋਇਆ, ਪਰ ਹੌਲੀ ਹੌਲੀ ਇਹਨੂੰ ਆਪਣੀ ਮੇਨ ਸਟ੍ਰੀਮ 'ਚ ਆਧੁਨਿਕਤਾ ਦੇ ਵਿਚਕਾਰ ਆਪਾਂ ਕੀ ਲੈ ਕੇ ਆਏ, ਆਪਣੀ ਜ਼ਿੰਦਗੀ 'ਚ ਲੈ ਕੇ ਆਏ ਹਾਂ, ਕਿਉਂਕਿ ਇਹਦੇ ਨਾਲ ਕਿ ਸਟ੍ਰੈਸ ਘੱਟ। ਸਮਝੇ ਗੱਲ ਨੂੰ? ਪਰ ਪੁਰਾਣੇ ਸਮੇਂ ਯੋਗਾ ਕੌਣ ਕਰੇ? ਸਾਧੂ ਸੰਤ ਕਰਦੇ। ਸੋ ਕਿਹੜੀਆਂ ਐਕਟੀਵਿਟੀਜ਼ ਹੋਣਗੀਆਂ, ਉਹਦੇ ਲਈ ਮਹਾਰਿਸ਼ੀ ਪਤੰਜਲੀ ਦਾ ਕਾਫੀ ਜ਼ਿਆਦਾ ਕੀ ਯੋਗਦਾਨ ਹੈਗਾ। ਇਹ ਸ਼ੁੰਗਾ ਸਮੇਂ ਹੋਏ ਨੇ। ਇਹਨਾਂ ਦੀ ਕਿਤਾਬ ਆ ਜਿਸ 'ਚ ਤੁਹਾਨੂੰ ਸਾਰਾ ਕੁਝ ਮਿਲਦਾ ਇਹਨਾਂ ਦੀਆਂ ਗੱਲਾਂ ਬਾਤਾਂ ਦਾ, ਉਹਦਾ ਨਾਂ ਹੈਗਾ ਮਹਾਭਾਸ਼ਯ। ਮਹਾਰਿਸ਼ੀ ਪਤੰਜਲੀ ਦੀ ਕਿਤਾਬ ਦਾ ਨਾਂ ਰੱਖਣਾ, ਇਟ ਇਜ਼ ਮਹਾਭਾਸ਼ਯ। ਠੀਕ।
ਤਾਂ ਇੱਕ ਤਾਂ ਪੁੱਤਰੋ ਕੀ ਬਣਿਆ, ਸ਼ੁੰਗਾ ਵੰਸ਼ ਬਣਿਆ ਆਫਟਰ ਮੌਰੀਆ ਤੋਂ ਬਾਅਦ, ਮੌਰੀਆ ਨੂੰ ਟੁੱਟ ਗਏ। ਦੂਜਾ ਕਿਹੜਾ ਵੰਸ਼ ਬਣਿਆਗਾ, ਉਹ ਬਣਿਆਗਾ ਸਾਤਵਨਾ, ਸਾਤਵਨਾ ਵੰਸ਼, ਸਾਤਵਨਾ। ਤਾਂ ਮੌਰੀਆ ਤੋਂ ਟੁੱਟ ਕੇ ਨਵੇਂ ਵੰਸ਼ ਬਣ ਰਹੇ ਨੇ। ਦੂਜਾ ਵੰਸ਼ ਨਾ ਸਾਤਵਨਾ, ਸਾਤਵਨਾ, ਸਾਤਵਨਾ। ਇਹ ਵੰਸ਼ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ, ਇਹ ਵੰਸ਼ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਭਾਵ ਸੈਂਟਰਲ ਇੰਡੀਆ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਸੀ। ਸਿਮੂਕਾ ਰਾਜੇ ਦਾ ਨਾਮ ਹੈ ਸਿਮੂਕਾ। ਸਿਮੂਕਾ ਰਾਜੇ ਨੇ ਸਾਤਵਨਾ ਵੰਸ਼ ਦੀ ਸਥਾਪਨਾ ਕੀਤੀ। ਮਹਾਰਾਸ਼ਟਰ 'ਚ ਸੀਗਾ ਸਾਤਵਨਾ ਵੰਸ਼। ਸਿਮੂਕਾ ਰਾਜੇ ਨੇ ਸਾਤਵਨਾ ਵੰਸ਼ ਦੀ ਸਥਾਪਨਾ ਕੀਤੀ। ਸਾਤਵਨਾ ਵੰਸ਼ ਦੀ। ਤੀਜਾ ਲਿਖੋ ਪਾਕਿਸਤਾਨ, ਜਿਹੜਾ ਜਿਹਦਾ ਪਾਕਿਸਤਾਨ ਆ, ਪਾਕਿਸਤਾਨ ਅਫਗਾਨਿਸਤਾਨ ਉਦੋਂ ਦਾ ਹੀ ਭਾਰਤੀ ਆ ਨਾ ਸਾਰਾ, ਤੇ ਕਿਹਦਾ ਅੰਡਰ ਸੀ, ਮੌਰੀਆ ਦੇ ਅੰਡਰ ਸੀ। ਪਾਕਿਸਤਾਨ ਅਫਗਾਨਿਸਤਾਨ ਤੇ ਕੁਸ਼ਾਣ ਰਾਜਿਆਂ ਦਾ ਰਾਜ ਹੋਇਆ, ਕੁਸ਼ਾਣ ਰਾਜਿਆਂ ਦਾ ਰਾਜ। ਪਾਕਿਸਤਾਨ ਅਫਗਾਨਿਸਤਾਨ ਤੇ ਕੁਸ਼ਾਣ ਰਾਜਿਆਂ ਦਾ ਰਾਜ ਹੋਇਆ। ਕੁਸ਼ਾਣ ਰਾਜਿਆਂ ਦਾ ਰਾਜ ਹੋਇਆ। ਇਸ ਦਾ ਮੁੱਖ ਰਾਜਾ ਕਨਿਸ਼ਕ, ਕਨਿਸ਼ਕ ਰਾਜਾ ਕੁਸ਼ਾਣ ਵੰਸ਼ ਦਾ। ਇਸ ਦਾ ਮੁੱਖ ਰਾਜਾ ਕਨਿਸ਼ਕ ਸੀ। ਇਸ ਦਾ ਮੁੱਖ ਰਾਜਾ ਕਨਿਸ਼ਕ ਸੀ। ਇਸਨੇ ਬੋਧੀਆਂ ਦੀ ਚੌਥੀ ਮੀਟਿੰਗ, ਇਸਨੇ ਬੋਧੀਆਂ ਦੀ ਬੁੱਧ ਧਰਮ ਦੀ ਚੌਥੀ ਮੀਟਿੰਗ ਕਸ਼ਮੀਰ ਵਿੱਚ ਕਰਵਾਈ। ਇਸਨੇ ਬੋਧੀਆਂ ਦੀ ਮੀਟਿੰਗ ਕਸ਼ਮੀਰ ਵਿੱਚ ਕਰਵਾਈ। ਤਾਂ ਸਾਥੀਓ ਬੁੱਧ ਧਰਮ ਨੂੰ ਅੱਗੇ ਵਧਾਉਣ ਵਾਸਤੇ ਨਾ ਕੁੱਲ 4 ਮੀਟਿੰਗਾਂ ਹੋਈਆਂ। ਧਿਆਨ ਰੱਖੋ, ਕੁੱਲ ਕਿੰਨੀਆਂ ਮੀਟਿੰਗਾਂ ਹੋਈਆਂ ਨੇ? 4 ਮੀਟਿੰਗ, ਜਿਹਦੇ ਵਿੱਚ ਕਰ 100 ਐ ਨਹੀਂ ਛੋਟੀ ਮੋਟੀ ਮੀਟਿੰਗ, ਸਾਰੇ ਵਰਲਡ ਦੇ ਵਰਲਡ ਲੀਡਰਸ ਇਕੱਠੇ ਹੋਏ ਬੁੱਧ ਧਰਮ ਨੂੰ ਲੈ ਕੇ, ਤੇ ਕਿਸ ਤਰੀਕੇ ਨਾਲ ਬੁੱਧ ਧਰਮ ਨੂੰ ਅੱਗੇ ਵਧਾਇਆ ਜਾ ਸਕੇ ਉਹਦੇ ਬਾਰੇ ਦੈਟਿਸ ਕੀ ਗੱਲਾਂ ਬਾਤਾਂ ਹੋਈਆਂ। ਜੇ ਕੁਐਸਚਨ ਆਇਆ ਕਿ ਬੁੱਧ ਧਰਮ ਦੀ ਸਭ ਤੋਂ ਪਹਿਲੀ ਮੀਟਿੰਗ ਕਿਹਨੇ ਕਰਾਈ ਸੀਗੀ, ਤਾਂ ਪਹਿਲੀ ਮੀਟਿੰਗ ਕਰਵਾਈ ਸੀਗੀ ਕਿਹਨੇ? ਇਟ ਇਜ਼ ਅਜਾਤ ਸ਼ਤਰੂ ਨੇ। ਤਾਂ ਅਜਾਤ ਸ਼ਤਰੂ ਦੁਆਰਾ ਬੁੱਧ ਧਰਮ ਦੀ ਪਹਿਲੀ ਮੀਟਿੰਗ ਕਰਵਾਈ ਗਈ। ਇਹ ਜਦੋਂ ਹੀ ਮੌਤ ਹੋਈ ਕਿਹਨਾਂ ਦੀ? ਮਹਾਤਮਾ ਬੁੱਧ ਦੀ। ਤਾਂ ਨਾਲ ਦੀ ਨਾਲ ਹੀ ਭਾਈ ਮਹਾਤਮਾ ਬੁੱਧ ਦੀਆਂ ਗੱਲਾਂ ਨੂੰ ਆਪਾਂ ਇਕੱਠੇ ਕਰੀਏ। ਮਹਾਤਮਾ ਬੁੱਧ ਦੀ ਮੌਤ ਹੋ ਗਈ ਤਾਂ ਉਹਨਾਂ ਦੇ ਵਿਚਾਰਾਂ ਨੂੰ ਲਿਖਤੀ ਕਰੀਏ। ਲਿਖਤੀ ਕਰਕੇ ਕਹਿਣ ਦਾ ਮਤਲਬ ਤਾਂ ਕਿ ਉਹਨਾਂ ਦੇ ਵਿਚਾਰਾਂ 'ਚ ਚੇਂਜ ਨਾ ਕੋਈ ਕਰ ਦੇਵੇ। ਸਮਝੇ ਗੱਲ ਨੂੰ? ਅੱਜ ਕੱਲ੍ਹ ਲੋਕ ਕਰਦੇ ਨੇ ਵਿਚਾਰ ਕੋਈ ਸੰਤ ਦੇ ਹੋਣਗੇ ਉਹ 'ਚ ਤੋੜ ਮੋੜ ਕਰਕੇ ਆਪਣੇ ਵਿਚਾਰ ਬਣਾ ਲੈਂਦੇ ਨੇ, ਤਾਂ ਵਿਚਾਰਾਂ 'ਚ ਕੋਈ ਚੇਂਜ ਨਾ ਆਵੇ। ਤਾਂ ਇਹਦੇ ਲਈ ਨਾਲ ਦੀ ਨਾਲ ਮੀਟਿੰਗ ਕਰਵਾਈ। ਭਾਈ ਜਿਹੜੀਆਂ ਗੱਲਾਂ ਬਾਤਾਂ ਕਰਦੇ ਸੀ ਸਾਰਿਆਂ ਨੂੰ ਕੀ ਕਰੋ? ਕੰਪਾਈਲ ਕਰੋ। ਕੰਪਾਈਲ ਕਰਕੇ ਦੈਟ ਇਜ਼ ਕੀ ਮੀਟਿੰਗ ਕੀ ਆ, ਉਹਨਾਂ ਨੇ ਗੱਲਾਂ ਨੂੰ ਅੱਗੇ ਵਧਾਉਣਾ। ਦੂਜੀ ਜਿਹੜੀ ਮੀਟਿੰਗ ਹੋਈ ਆ, ਸੈਕਿੰਡ ਮੀਟਿੰਗ, ਉਹ ਹੋਈ ਆ ਰਾਜੇ ਕਾਲਾ ਅਸ਼ੋਕ ਦੇ ਸਮੇਂ। ਤਾਂ ਕਾਲਾ ਅਸ਼ੋਕ ਆਪਾਂ ਕੱਲ੍ਹ ਪੜ੍ਹੇ ਸੀਗੇ ਰਾਜਾ। ਕਾਲਾ ਅਸ਼ੋਕ ਦੇ ਸਮੇਂ ਕੀ ਹੋਈ ਹੈ? ਸੈਕਿੰਡ ਮੀਟਿੰਗ ਹੋਈ ਹੈ ਬੁੱਧ ਧਰਮ। ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੇ ਬੋਧੀਆਂ ਦੇ ਗ੍ਰੰਥ ਸੀ ਕਿਹੜੇ? ਵਿਨੇ ਪਿਟਕ, ਵਿਨੇ ਪਿਟਕ, ਸੂਤਾ ਪਿਟਕ, ਅਭਿਧੰਮਾ ਪਿਟਕ। ਤਾਂ ਇਹ ਗ੍ਰੰਥਾਂ ਦੇ ਨਾਮ ਨੇ ਬੋਧੀਆਂ ਦੇ। ਤਾਂ ਬੁੱਧ ਧਰਮ ਦੇ ਗ੍ਰੰਥ ਨੇ ਵਿਨੇ ਪਿਟਕ, ਸੂਤਾ ਪਿਟਕ ਤੇ ਅਭਿਧੰਮਾ ਪਿਟਕ। ਕੁਐਸਚਨ ਸਿੰਪਲ ਜੀ ਬਣਦਾ ਹੁੰਦਾ ਕਿ ਸੂਤਾ ਪਿਟਕ ਕਿਹੜੇ ਧਰਮ ਦਾ ਗ੍ਰੰਥ ਹੈ? ਤਾਂ ਸਾਨੂੰ ਇੱਥੇ ਗੱਲ ਸੁਣ ਲਈ, ਇਹ ਧਰਮ ਕਿਹੜਾ ਹੈਗਾ? ਬੁੱਧ ਧਰਮ ਦਾ। ਸਾਥੀਓ ਕੀ ਹੈ ਗ੍ਰੰਥ? ਵਿਨੇ ਪਿਟਕ, ਸੂਤਾ ਪਿਟਕ, ਅਭਿਧੰਮਾ ਪਿਟਕ, ਇਹ ਗ੍ਰੰਥ ਨੇ ਕਿਹਦੇ? ਬੁੱਧ ਧਰਮ। ਇਹ ਤੋਂ ਬਾਅਦ ਥਰਡ ਮੀਟਿੰਗ ਜਿਹੜੀ ਹੋਈ ਆ ਉਹ ਕਰਵਾਈ ਸੀ ਅਸ਼ੋਕ ਨੇ। ਥਰਡ ਮੀਟਿੰਗ ਕਰਵਾਈ ਸੀ ਅਸ਼ੋਕ ਨੇ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੁੱਧ ਧਰਮ ਦੇ ਹੋਸਟਲਸ ਬਣਾਏ ਗਏ ਕਿ ਭਾਈ ਬੁੱਧ ਧਰਮ ਦੀ ਪੜ੍ਹਾਈ ਐਂ ਨਹੀਂ ਹੋਊਗੀ ਵੀ ਕੋਈ ਮਰਜ਼ੀ ਪੜ੍ਹੀ ਚੱਲੇ। ਆਓ ਅਸੀਂ ਇੱਕ ਟੈਸਟ ਲਵਾਂਗੇ, ਟੈਸਟ ਲੈ ਕੇ ਅਸੀਂ ਬੰਦੇ ਨੂੰ ਐਂਟਰ ਕਰਾਂਗੇ, ਐਂਟਰ ਕਰਕੇ ਅਸੀਂ ਉਹਨੂੰ ਪ੍ਰੋਪਰ ਬੁੱਧ ਧਰਮ ਦੀ ਸਿੱਖਿਆਵਾਂ ਕੀ ਪੜ੍ਹਾਵਾਂਗੇ। ਫਿਰ ਬਾਹਰ ਜਾ ਕੇ ਉਹ ਕੀ ਹੈ? ਦੈਟ ਇਜ਼ ਕੀ ਗੁਰੂ ਕੀ ਬਣ ਸਕਦਾ। ਉਹਦੇ ਲਈ ਦੈਟ ਇਜ਼ ਕੀ ਸਿਸਟਮ ਲੈ ਕੇ ਆਏ ਜਿਹਨੂੰ ਕਹਿੰਦੇ ਵਿਹਾਰਾਸ, ਵਿਹਾਰਾਸ ਐਂਡ ਚੇਤੀਆਸ। ਬਹੁਤ ਵਧੀਆ ਗੱਲਾਂ ਨੇ।
पेपर नेक्स्ट क्वेश्चन पूछते ने बिहाराज एंड चेतियाज। बिहाराज की ने ਉਹ ਥਾਵਾਂ ਸਕੂਲਸ ਜਿੱਥੇ ਕੀ ਪੜ੍ਹਾਈਆਂ ਕਰਵਾਈਆਂ ਜਾਣਗੀਆਂ। ਬਿਹਾਰ ਸ਼ਬਦ ਆਪਾਂ ਕਹਿੰਦੇ ਬਿਹਾਰ ਆ ਤਾਂ ਬਿਹਾਰ ਸ਼ਬਦ ਆ ਬਿਹਾਰਾਜ ਤੋਂ ਬਣਿਆ। ਸਭ ਤੋਂ ਜ਼ਿਆਦਾ ਬੋਧੀਆਂ ਦੇ ਸਕੂਲਸ ਕਿੱਥੇ ਖੋਲ੍ਹੇ ਗਏ ਸੀਗੇ? ਬਿਹਾਰ 'ਚ ਖੋਲ੍ਹੇ ਗਏ ਸੀ। ਸਭ ਤੋਂ ਜ਼ਿਆਦਾ ਬੁੱਧ ਧਰਮ ਅੱਜ ਭਾਰਤ ਦੇ ਕਿਹੜੇ ਹਿੱਸੇ ਦੇ ਵਿਚਕਾਰ ਆ? ਤਾਂ ਬਿਹਾਰ ਦੇ ਵਿੱਚ ਆ। ਸਭ ਤੋਂ ਜ਼ਿਆਦਾ ਬੁੱਧ ਧਰਮ ਦੇ ਜਿਹੜੇ ਗ੍ਰੰਥ ਨੇ ਜਾਂ ਗੱਲਾਂ ਮਤਲਬ ਬਿਹਾਰ 'ਚੋਂ ਨਿਕਲਦੀਆਂ ਨੇ। ਤਾਂ ਬਿਹਾਰ ਸ਼ਬਦ ਹੀ ਬਿਹਾਰਾਜ ਤੋਂ ਨਿਕਲਿਆ ਤੇ ਬਿਹਾਰਾਜ ਦਾ ਮਤਲਬ ਕੀ ਹੈ? ਬੋਧੀਆਂ ਦੇ ਸਕੂਲ। ਚੇਤੀਆਜ ਕੀ ਨੇ? ਬੋਧੀਆਂ ਦੇ ਹੋਸਟਲ। ਬੁੱਧ ਧਰਮ ਦੇ ਹੋਸਟਲ ਨੇ। ਹੁਣ ਹੋਸਟਲ ਵਿੱਚ ਜਾਣ ਵਾਸਤੇ ਨਾ ਬਹੁਤ ਪ੍ਰੀਕਾਸ਼ਨ ਸੀ ਉਹਨਾਂ ਦੀਆਂ। ਐਂ ਨਹੀਂ ਬੰਦਾ ਜਿਹੜਾ ਮਰਜ਼ੀ ਹੋਸਟਲ ਜਾ ਜਾਊਗਾ, ਸਮਝੇ ਗੱਲ ਨੂੰ? ਇੱਥੇ ਬਾਈ ਆਹ ਚਾਹੀਦਾ ਐਂ ਨਹੀਂ ਹੈਗਾ। ਪ੍ਰੋਪਰ ਡਿਸਿਪਲਿਨ ਆ। ਉਹੀ ਸਮੇਂ ਦੇ ਵਿਚਕਾਰ ਉਹੀ ਚੀਜ਼ ਮਿਲਣੀ ਆ ਤੇ ਉਹੀ ਸਮੇਂ ਦਾ ਐਕਸਕਿਊਜ਼ ਖਾਣਾ। ਸਵੇਰੇ 4 ਵਜੇ ਉੱਠਣਾ ਤਾਂ ਘੰਟੇ ਦੇ ਵਿਚਕਾਰ ਖਾਣਾ ਦੇ ਦੇਣਾ ਉਹਨਾਂ ਨੇ। 5 ਵਜੇ ਬਾਅਦ ਕੰਮ ਨਿਬੜ ਗਿਆ ਸਾਡੇ ਕੋਲ, ਸਮਝੇ ਗੱਲ ਨੂੰ? ਇੱਥੇ ਰੋਟੀ 12 ਵਜੇ ਮਿਲੂ। ਤਾਂ ਪ੍ਰੋਪਰ ਰੂਲ ਸੀਗੇ, ਉਹ ਰੂਲ ਹੀ ਫੋਲੋ ਕਰਨੇ ਪੈਂਦੇ ਸੀ। ਇਟ ਇਜ਼ ਆਲਸੋ ਦਾ ਪਾਰਟ ਆਫ ਐਜੂਕੇਸ਼ਨ, ਸਮਝੇ ਗੱਲ ਨੂੰ? ਇਟ ਇਜ਼ ਆਲਸੋ ਦਾ ਪਾਰਟ ਆਫ ਐਜੂਕੇਸ਼ਨ, ਸਮਝੇ? ਤਾਂ ਬਿਹਾਰਾਜ ਚੇਤੀਆਜ ਬਣਾਏ ਗਏ 3rd ਮੀਟਿੰਗ 'ਚ। 4th ਮੀਟਿੰਗ ਨਹੀਂ ਹੋਈ ਆ, ਉਹ ਲਾਸਟ 'ਚ ਜਾ ਕੇ ਹਟਿਆ। ਉਹ ਕਿਹਨੇ ਕਰਵਾਈ ਹੈ? ਜਿਸ ਕਨਿਸ਼ਕ ਨੇ ਕਰਵਾਈ ਹੈ, ਜਿਹਦੇ ਵਿਚਕਾਰ ਕੁੜੀਆਂ ਨੂੰ ਵੀ ਐਂਟਰੀ ਦਿੱਤੀ ਜਾਣੀ ਸਟਾਰਟ ਹੋ ਗਈ ਕਿ ਕੁੜੀਆਂ ਵੀ ਦੈਟ ਇਜ਼ ਕਿ ਬੁੱਧ ਧਰਮ ਦੇ ਵਿਚਕਾਰ ਆ ਸਕਦੀਆਂ। ਤਾਂ ਅਸੀਂ ਦੇਖਦੇ ਹਾਂ ਟੋਟਲੀ 4 ਤਰ੍ਹਾਂ ਦੇ ਦੈਟ ਇਜ਼ ਕੀ ਨੇ ਮੀਟਿੰਗਾਂ ਹੋਈਆਂ ਨੇ। ਵਧੀਆ ਕੁਐਸਚਨ ਆ ਪੇਪਰ 'ਚ ਬਣਦਾ ਕਿ ਉਹ ਮੀਟਿੰਗਾਂ ਕਰਾਈਆਂ ਕਿਹੜੇ ਰਾਜਿਆਂ ਨੇ। ਪਹਿਲੀ ਕਰਾਈ ਹੈ ਅਜਾਤਸ਼ਤਰੂ ਨੇ, ਦੂਜੀ ਕਰਾਈ ਹੈ ਕਾਲਾ ਅਸ਼ੋਕ, ਤੀਜੀ ਕਰਾਈ ਹੈ ਅਸ਼ੋਕ, ਚੌਥੀ ਲਾਸਟ ਵਾਲੀ ਮੀਟਿੰਗ ਕਰਾਈ ਹੈ ਕਨਿਸ਼ਕ ਨੇ। ਹਾਂ, ਉੱਪਰ ਜੇ ਪਹਿਲਾਂ ਮੁੰਡਿਆਂ ਦੀ ਸੀਗੀ ਐਂਟਰੀ, ਫਿਰ ਬਾਅਦ ਚੌਥੀ ਮੀਟਿੰਗ 'ਚ ਕੁੜੀਆਂ ਦੇ ਲਈ ਐਂਟਰੀ ਵੀ। ਦੇਖੋ ਕਿੰਨਾ ਐਡਵਾਂਸ ਧਰਮ ਮੰਨਦੇ ਆਪਾਂ ਕਿ ਪਹਿਲਾ ਹੀ ਧਰਮ ਆ ਅੱਜ ਤੋਂ 2000 ਸਾਲ ਪਹਿਲਾਂ ਜੋ ਕੁੜੀਆਂ ਨੂੰ ਐਂਟਰੀ ਦੇ ਰਿਹਾ ਵੀ ਨਹੀਂ, ਕੁੜੀਆਂ ਵੀ ਦੈਟ ਇਜ਼ ਕੀ ਨਹੀਂ ਸਾਡੀਆਂ ਗੱਲਾਂ ਬਾਤਾਂ ਕੀ ਪੜ੍ਹ ਸਕਦੀਆਂ ਨੇ, ਤਾਂ ਹੀ ਉਹਨੂੰ ਐਡਵਾਂਸ ਧਰਮ ਮੰਨਦੇ। ਅੱਗੇ ਵਧਦੇ ਹਾਂ, ਅੱਗੇ ਲਿਖੋ ਇਸ ਸਮੇਂ ਹੀ ਦੱਖਣ ਭਾਰਤ ਵਿੱਚ ਚੌਲ ਰਾਜਿਆਂ ਦਾ, ਇਸ ਸਮੇਂ ਹੀ ਦੱਖਣ ਭਾਰਤ ਵਿੱਚ ਚੋਲਾ ਰਾਜਿਆਂ ਦਾ ਰਾਜ। ਤਾਂ ਬਹੁਤ ਹੀ ਲੰਮੇ ਚੋਲਾ ਰਾਜੇ ਹੋਏ ਨੇ ਸਾਥੀਓ। ਜੇ ਕੁਐਸਚਨ ਆਇਆ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਰਾਜੇ ਨੇ ਰਾਜ ਕੀਤਾ, ਤਾਂ ਉੱਥੇ ਕੋਈ ਮੁਗਲ ਰਾਜੇ ਨਹੀਂ ਆਉਂਦੇ। ਉੱਥੇ ਕਿਹੜੇ ਰਾਜੇ ਆਉਂਦੇ? ਚੋਲ ਰਾਜੇ ਆਉਂਦੇ ਨੇ, ਜਿਨ੍ਹਾਂ ਨੇ ਕੇਰਲਾ, ਇਹਨਾਂ ਦਾ ਰਾਜ ਆਪਣੇ ਵਾਲੇ ਪਾਸੇ ਨਹੀਂ ਸੀ। ਸੁਣੋ ਗੱਲ, ਇਹਦਾ ਰਾਜ ਕਿੱਥੇ ਸੀਗਾ? ਕੇਰਲਾ, ਤਾਮਿਲਨਾਡੂ, ਕਰਨਾਟਕਾ, ਇੰਡੋਨੇਸ਼ੀਆ, ਮਾਲਦੀਵ, ਲਾਓਸ, ਵੀਅਤਨਾਮ, ਜਾਪਾਨ, ਆਹ ਸਾਰੇ ਇਲਾਕਿਆਂ ਦੇ ਕਿਹਦਾ ਰਾਜ ਸੀਗਾ? ਚੌਲ ਦਾ ਰਾਜ। ਤਾਂ ਉਹਨਾਂ ਦੇ ਇੱਕ ਅਲੱਗ ਦੇਸ਼ ਬਣਦੇ ਸੀ ਹੇਠੋਂ। ਤਾਈਓ ਸਾਡਾ ਕਲਚਰ ਕੇਰਲਾ, ਤਾਮਿਲਨਾਡੂ ਨਾਲ ਨਹੀਂ ਮਿਲਦਾ। ਇਹਨਾਂ ਦਾ ਕਲਚਰ ਮਿਲਦਾ ਗਾ ਇੰਡੋਨੇਸ਼ੀਆ, ਮਾਲਦੀਵ ਨਾਲ। ਅਸੀਂ ਉੱਥੇ ਜਾਵਾਂਗੇ ਸਾਨੂੰ ਲੱਗੂ ਕੇਰਲਾ 'ਚ ਫਿਰਦੇ ਆਪਾਂ, ਕੇਰਲਾ ਜਾਵਾਂਗੇ ਕੋਈ ਇੰਡੋਨੇਸ਼ੀਆ, ਮਾਲਦੀਵ 'ਚ ਫਿਰਦੇ ਹਾਂ। ਕਿਉਂ? ਇਹਨਾਂ ਦਾ ਕਲਚਰ ਇਹਨਾਂ ਨਾਲ ਮਿਲਦਾ, ਕਿਉਂਕਿ ਇਹਨਾਂ ਤੇ ਇੱਕ ਰਾਜਾ ਇਕੱਠਾ ਰਾਜ ਕਰਦਾ ਰਿਹਾ, ਦੈਟ ਇਜ਼ ਚੋਲਾ ਰਾਜ। ਤੇ ਲਗਭਗ 800 ਸਾਲ ਚੋਲਾ ਰਾਜਿਆਂ ਦਾ ਦੈਟ ਇਜ਼ ਰਾਜ ਰਿਹਾ ਕਿਤੇ ਕੇਰਲਾ, ਤਾਮਿਲਨਾਡੂ। ਜਦੋਂ ਮੁਗਲ ਆਏ ਨੇ ਅੱਗੇ ਜਾ ਕੇ, ਉਹ ਜਾ ਕੇ ਜਿੱਤਦੇ ਨੇ, ਕਹਿਣ ਮਤਲਬ ਹੇਠਾਂ ਤੱਕ। ਪਰ 800 ਸਾਲ ਲਗਾਤਾਰ ਕਿਹਨਾਂ ਦਾ ਰਾਜ ਰਹੇਗਾ? ਚੋਲਾ ਰਾਜਿਆਂ ਦਾ ਕੀ ਰਾਜ ਰਹੇਗਾ? ਉਹ ਆਹ ਸਮੇਂ ਹੀ ਕੀ ਹੋਇਆ ਸੀਗਾ ਸਟਾਰਟ ਵਿੱਚ। ਤਾਂ ਬਹੁਤ ਸਟਰੋਂਗ ਰਾਜੇ ਰਹੇ ਨੇ ਚੋਲਾ ਰਾਜ। ਦੱਖਣ ਭਾਰਤ ਵਿੱਚ, ਧੁਰ ਦੱਖਣ ਭਾਰਤ 'ਚ ਇਹਨਾਂ ਰਾਜਾਂ ਦਾ ਰਾਜ। ਤੇ ਉਸ ਟਾਈਮ ਪਹਿਲੇ ਰਾਜੇ ਸੀ ਦੁਨੀਆ ਦੇ ਜਿਨ੍ਹਾਂ ਕੋਲੇ ਆਪਣੀ ਨੇਵੀ ਸੀ, ਆਪਣੀ ਨੇਵੀ ਸੀ ਚੋਲਾ ਰਾਜਾਂ ਕੋਲੇ। ਤਾਂ ਜਦੋਂ ਜਾਂਦੇ, ਕਿਉਂਕਿ ਸਮੁੰਦਰ ਨਾਲ ਇਲਾਕਾ ਲੱਗਦਾ ਰਿਹਾ, ਤਾਂ ਇੱਕ ਇਲਾਕੇ ਨੂੰ ਦੂਜੇ ਇਲਾਕੇ 'ਤੇ ਜਾਣ ਵਾਸਤੇ ਆਰਮੀ ਘੱਟ ਸੀ, ਨੇਵੀ ਜ਼ਿਆਦਾ ਸੀ। ਤਾਂ ਨੇਵੀ ਰਾਹੀਂ ਸਮਾਨ ਇੱਕ ਦੂਜੇ ਪ੍ਰੋਵਾਈਡ ਕਰਾਉਂਦੀ ਸੀ। ਤਾਂ ਪਹਿਲੇ ਰਾਜੇ ਦੁਨੀਆ ਦੇ ਜਿਹਨਾਂ ਕੋਲ ਨੇਵੀ ਸੀ, ਤਾਂ ਉਹ ਆਪਣੇ ਭਾਰਤ ਦੇ ਚੋਲਾ ਰਾਜਾਂ ਕੋਲੇ ਹੁੰਦੀ ਸੀ। ਲਿਓ ਕਾਪੀ ਦੇ ਲਾਇਆ ਤਾਂ ਨਹੀਂ ਕੋਈ ਮੈਗੀ? ਠੀਕ ਹੈ, ਲਿਖੋ ਦੱਖਣ ਭਾਰਤ ਵਿੱਚ ਚੋਲਾ ਰਾਜਿਆਂ ਦਾ ਰਾਜ ਸੀ। ਇਹ ਲਾਈਨ ਲਗਾਤੀ। ਲਿਖੋ ਇਹਨਾਂ ਦਾ ਮੁੱਖ ਰਾਜਾ, ਇਹਨਾਂ ਦਾ ਮੁੱਖ ਰਾਜਾ ਕਾਰੀਕਲਾ, ਰਾਜ ਦਾ ਨਾਮ ਹੈ ਕਾਰੀਕਲਾ। ਇਹਨਾਂ ਦਾ ਮੁੱਖ ਰਾਜਾ ਕਾਰੀਕਲਾ ਸੀ। ਇਸ ਤੋਂ ਇਲਾਵਾ ਰੁਦਰਵਰਮਨ ਬਣ, ਇਸ ਤੋਂ ਇਲਾਵਾ ਰੁਦਰਵਰਮਨ ਬਣ ਅਤੇ ਰੁਦਰਵਰਮਨ 2, ਕਾਰੀਕਲਾ ਮੇਨ ਰਾਜਾ, ਹੋਰ ਵੀ ਹੋਏ ਨੇ। ਇਸ ਤੋਂ ਇਲਾਵਾ ਰੁਦਰਵਰਮਨ ਬਣ ਅਤੇ ਰੁਦਰਵਰਮਨ 2 ਮੁੱਖ ਰਾਜੇ ਸੀ। ਰੁਦਰਵਰਮਨ ਬਣ ਤੇ ਰੁਦਰਵਰਮਨ 2 ਮੁੱਖ ਰਾਜੇ ਸੀ। ਦੱਖਣ ਭਾਰਤ ਦਾ ਇਤਿਹਾਸ, ਦੱਖਣ ਭਾਰਤ ਦਾ ਇਤਿਹਾਸ ਸਾਨੂੰ ਸੰਗਮ, ਇਹ ਕਿਤਾਬਾਂ ਮਿਲੀਆਂ ਨੇ, ਸੰਗਮ ਲਿਟਰੇਚਰ ਕਹਿੰਦੇ ਨੇ। ਦੱਖਣ ਭਾਰਤ ਦਾ ਇਤਿਹਾਸ
ਸਾਨੂੰ ਸੰਗਮ ਲਿਟਰੇਚਰ ਵਿੱਚੋਂ ਮਿਲਦਾ। ਤਾਂ ਜਿਵੇਂ ਆਪਣਾ ਇਤਿਹਾਸ ਉੱਤਰ ਭਾਰਤ ਦਾ ਸਾਨੂੰ ਧਾਰਮਿਕ ਗ੍ਰੰਥਾਂ 'ਚੋਂ ਮਿਲਦਾ। ਜਦੋਂ ਤੁਸੀਂ ਗ੍ਰੰਥ ਪੜ੍ਹਦੇ ਆ ਬਿਨਾਂ ਪਿਟਕ, ਸੂਤਾ ਪਿਟਕ, ਅਭਿਧੰਮਾ ਪਿਟਕ, ਇਹ ਹੈ ਤਾਂ ਧਾਰਮਿਕ ਗ੍ਰੰਥ ਨੇ, ਪਰ ਇਹਨਾਂ ਨਾਲ ਹੀ ਲਿਖਿਆ ਹੋਇਆ ਕਿ ਰਾਜੇ ਨੇ ਆਹ ਕੀਤਾ ਸਾਡੇ ਲਈ, ਰਾਜੇ ਨੇ ਆਹ ਕੀਤਾ। ਸਾਨੂੰ ਉੱਥੋਂ ਆਈਡੀਆ ਹੁੰਦਾ ਵੀ ਉਸ ਟਾਈਮ ਕਿਹੜਾ ਰਾਜਾ ਸੀਗਾ। ਪਰ ਉਵੇਂ ਹੀ ਅਸੀਂ ਦੇਖਦੇ ਹਾਂ ਕਿ ਦੱਖਣ ਭਾਰਤ ਦਾ ਇਤਿਹਾਸ ਸਾਨੂੰ ਕਿਤੋਂ ਮਿਲਦਾ ਹੈਗਾ, ਇੱਕ ਕਿਤਾਬਾਂ ਇਹਨੂੰ ਕਹਿੰਦੇ ਸੰਗਮ ਲਿਟਰੇਚਰ। ਇਹ ਵੀ 3 ਕਿਤਾਬਾਂ ਨੇ, 3 ਕਿਤਾਬਾਂ 'ਚ ਸਾਰੇ ਤਰ੍ਹਾਂ ਦੀ ਹਿਸਟਰੀ ਕੀ ਆ ਦੱਖਣ ਭਾਰਤ ਦੇ ਲੋਕਾਂ ਦੀ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ, ਪੇਪਰ 'ਚ ਕੁਐਸਚਨ ਆਏ। ਅੱਗੇ ਵੱਧ ਸਾਥੀਓ, ਹੁਣ ਆਓ, ਇਹ ਸੀਗਾ ਸਮਝ ਲੱਗ ਰਹੀ ਹੈ ਗੱਲਬਾਤ ਦੀ? ਮਾੜੀ ਮੋਟੀ ਗੱਲ ਕਰ ਪਈ ਨਾ, ਕੀ ਕਰੀ ਜਾਂਦੇ ਆ। ਚਲੋ ਸਾਥੀਓ, ਆਪਾਂ ਕੱਲ੍ਹ ਪੜ੍ਹਨਾ ਸਟਾਰਟ ਕੀਤਾ। ਮੈਂ ਤੁਹਾਨੂੰ ਕੱਲ੍ਹ ਕੀ ਪੜ੍ਹਾਇਆ ਕਿ ਹੜੱਪਾ ਸਭਿਅਤਾ ਆਈ ਪਹਿਲਾਂ, ਹੜੱਪਾ ਤੋਂ ਬਾਅਦ ਵੈਦਿਕ ਸਮਾਜ ਆਇਆ, ਵੈਦਿਕ ਸਮਾਜ ਤੋਂ ਬਾਅਦ 16 ਮਹਾਜਨਪਦ ਬਣੀਆਂ, 16 ਮਹਾਜਨਪਦ ਤੋਂ ਬਾਅਦ ਇੱਕ ਵੱਡਾ ਦੇਸ਼ ਮਗਧ ਬਣਿਆ, ਮਗਧ ਤੋਂ ਬਾਅਦ ਉੱਥੇ ਰਾਜੇ ਆਏ ਤੇ ਰਾਜੇ 'ਚੋਂ ਚੰਦਰਗੁਪਤ ਮੌਰੀਆ ਦੇ ਸਮੇਂ ਮੌਰੀਆ ਵੰਸ਼ ਨੇ ਬਹੁਤ ਜ਼ਿਆਦਾ ਕੀਤੀ ਤਰੱਕੀ ਕੀਤੀ। ਆਹ ਗੱਲਾਂ ਆਪਾਂ ਕੱਲ੍ਹ ਪੜ੍ਹੀਆਂ ਸੀਗੀਆਂ। ਹੁਣ ਮੌਰੀਆ ਵੰਸ਼ ਤੋਂ ਬਾਅਦ ਮੈਂ ਫਿਰ ਕੀ ਕਹਿ ਰਿਹਾ ਕਿ ਇਹ ਤੋਂ ਬਾਅਦ ਟੁੱਟਣਾ ਸਟਾਰਟ ਹੋ ਗਿਆ। 300-400 ਸਾਲ ਸਾਡੇ ਕੀ ਆ, ਕੋਈ ਵੱਡਾ ਰਾਜਾ ਨਹੀਂ ਆਇਆ। ਛੋਟੇ ਛੋਟੇ ਇਲਾਕਿਆਂ 'ਤੇ, ਜਿਵੇਂ ਆਪਾਂ ਹੁਣ ਲਿਖਿਆ ਕਾਪੀ 'ਤੇ, ਕੁਸ਼ਾਣ ਰਾਜੇ ਆ ਗਏ, ਜਾਂ ਫਿਰ ਆਪਾਂ ਦੇਖਿਆ ਦੈਟ ਇਜ਼ ਕੀ ਆ ਆਪਣੇ ਚੌਲ ਰਾਜੇ ਆ ਗਏ। ਤਾਂ ਭਾਰਤ ਅਲੱਗ-ਅਲੱਗ ਰਾਜਿਆਂ ਦੇ ਕੀ ਆ ਗਿਆ, ਅਧੀਨ ਆ ਗਿਆ। ਇਹ ਤੋਂ ਬਾਅਦ ਦੁਬਾਰਾ ਤੋਂ ਹੁਣ ਇੱਕ ਵੰਸ਼ ਆਊਗਾ, ਗੁਪਤਾ ਵੰਸ਼, ਜਿਹਨੂੰ ਗੁਪਤ ਵੰਸ਼ ਵੀ ਕਹਿੰਦੇ ਨੇ, ਗੁਪਤਾ ਵੰਸ਼ ਵੀ ਕਹਿੰਦੇ ਨੇ। ਇਹ ਗੁਪਤਾ ਵੰਸ਼ ਦੁਬਾਰਾ ਤੋਂ ਜਿੰਨੇ ਇਲਾਕੇ ਹੋਣਗੇ ਅਲੱਗ-ਅਲੱਗ ਰਾਜਿਆਂ ਦੇ, ਇਹਨੂੰ ਜਿੱਤ ਕੇ ਦੁਬਾਰਾ ਤੋਂ ਕੀ ਬਣਾਊਗਾ, ਵੱਡਾ ਭਾਰਤ ਬਣਾਊਗਾ। ਤਾਂ ਦੁਬਾਰਾ ਤੋਂ ਭਾਰਤ ਕੀ ਬਣੂਗਾ, ਇੱਕ ਵੱਡਾ ਭਾਰਤ ਬਣੂ। ਉਹਨੂੰ ਬਣਾਉਣ ਵਾਲੇ ਇਹ ਤੋਂ ਬਾਅਦ ਟੁੱਟ ਗਏ, ਹੁਣ ਕੌਣ ਬਣਾਉਣਗੇ, ਗੁਪਤਾ ਰਾਜੇ। ਲਿਖੋ ਕਾਪੀ ਤੇ ਲਿਖੋ। ਇਸ ਤੋਂ ਬਾਅਦ ਭਾਰਤ ਵਿੱਚ ਗੁਪਤਾ ਰਾਜੇ ਆਏ। ਇਹਨਾਂ ਨੇ, ਹੁਣ ਇਹਨਾਂ ਨੂੰ ਥੋੜਾ ਜ਼ਿਆਦਾ ਪੜ੍ਹਨਾ ਕਿਉਂਕਿ ਇਹਦੇ ਕੁਐਸਚਨ ਬਹੁਤ ਆਉਂਦੇ ਨੇ। ਇਹਨਾਂ ਨੇ 319 ਈਸਵੀ ਤੋਂ 540 ਈਸਵੀ ਤੱਕ, 319 ਈਸਵੀ ਤੋਂ 540 ਈਸਵੀ ਤੱਕ, ਤਾਂ ਅਰਾਊਂਡ 250 ਸਾਲ ਰਾਜ ਕੀਤਾ ਭਾਰਤ ਦੇ, ਵੱਡੇ ਭਾਰਤ। 319 ਤੋਂ 540। ਪਹਿਲਾਂ ਵਾਲਾ ਮੌਰੀਆ ਵੰਸ਼ ਸੀਗਾ BCਆਂ ਦੇ ਵਿੱਚ, ਇਹ BC ਪੁਰਾਣਾ ਰਹਿ ਗਿਆ। ਹੁਣ ਆਏ ਨੇ ਈਸਵੀਆਂ ਜਿਹੜੀਆਂ ਆਪਣੀ ਹੁਣ ਚੱਲੀ ਜਾਂਦੀਆਂ 2000 ਈਸਵੀ। ਤਾਂ 319 ਤੋਂ 540 ਈਸਵੀ ਤੱਕ ਗੁਪਤਾ ਰਾਜਿਆਂ ਨੇ ਰਾਜ ਕੀਤਾ। ਗੁਪਤਾ ਵੰਸ਼ ਦਾ ਸੰਸਥਾਪਕ, ਬਹੁਤ ਇੰਪੋਰਟੈਂਟ ਕੁਐਸਚਨ ਆ, ਗੁਪਤਾ ਵੰਸ਼ ਦੇ ਸੰਸਥਾਪਕ ਸਕੰਦ ਗੁਪਤ, ਨਾ ਸ਼੍ਰੀ ਗੁਪਤ ਸਨ। ਦੇ ਸੰਸਥਾਪਕ ਸ਼੍ਰੀ ਗੁਪਤ ਸਨ। ਗੁਪਤਾ ਵੰਸ਼ ਦੇ ਸੰਸਥਾਪਕ ਸ਼੍ਰੀ ਗੁਪਤ ਸਨ। ਇਸ ਤੋਂ ਬਾਅਦ ਉਹਨਾਂ ਦੇ ਪੁੱਤਰ ਘਟੋਤਕਚ, ਭਾਰਤ ਦੇ ਰਾਜਾ ਬਣੇ। ਘਟੋਤਕਚ ਭਾਰਤ ਦੇ ਰਾਜਾ ਬਣੇ। ਪਹਿਲਾਂ ਸੀਗਾ ਸ਼੍ਰੀ ਗੁਪਤ, ਫਿਰ ਘਟੋਤਕਚ ਭਾਰਤ ਦੇ ਰਾਜਾ ਬਣਦੇ। ਇਹ ਗੱਲ ਹੁਣ ਇੱਥੇ ਤੱਕ ਕੋਈ ਬਾਹਲਾ ਵੱਡਾ ਭਾਰਤ ਨਹੀਂ ਹੈਗਾ, ਤਾਂ ਹੀ ਉਹਨੂੰ ਘੱਟ ਯਾਦ ਕਰਦੇ ਆ। ਇਹ ਤਾਂ ਰਾਜ ਕਰਨਾ ਸਟਾਰਟ ਕਰ ਰਹੇ ਨਾ ਥੋੜ੍ਹੇ ਇਲਾਕਿਆਂ 'ਤੇ, ਸਟਾਰਟਿੰਗ ਦੇ ਇਲਾਕਿਆਂ 'ਤੇ ਇਹਨਾਂ ਨੇ ਰਾਜ ਕਰਨਾ ਛੱਡ ਦਿੱਤਾ। ਬੜੇ ਅਗਲੇ ਰਾਜ ਆਉਂਦੇ ਨੇ, ਉਹ ਬਹੁਤ ਹਮਲੇ ਕਰਨਗੇ, ਉਹ ਨੀਤੀ ਅਪਣਾਉਣਗੇ। ਦੈਟ ਇਜ਼ ਕੀ ਆ, ਜਿਹੜੀ ਨੀਤੀ ਮਹਾਰਾਜਾ ਰਣਜੀਤ ਸਿੰਘ ਨੇ ਅਪਣਾਈ ਸੀ। ਕਿਹੜੀ ਨੀਤੀ ਅਪਣਾਈ ਸੀਗੀ, ਮੈਟਰੀਮੋਨੀਅਲ ਅਲਾਈਅੰਸ। ਰਾਜਾ ਕੀ ਕਰਦਾ ਸੀ, ਬਹੁਤ ਦਿਮਾਗੀ ਸੀ ਮਹਾਰਾਜਾ ਰਣਜੀਤ ਸਿੰਘ, ਸਮਝੇ ਗੱਲ ਨੂੰ। ਉਹ ਕੀ ਕਰਦਾ ਸੀ, ਉਹਨੂੰ ਪਤਾ ਵੀ ਭਾਈ ਆਹ ਮੇਰਾ ਇਲਾਕਾ ਆ ਗਿਆ, ਠੀਕ ਹੈ, ਤਾਂ ਉਹਨੂੰ ਪਤਾ ਵੀ ਆਹ ਇਲਾਕਾ ਤੇ ਆਹ ਇਲਾਕਾ ਇਹ ਮੇਰੇ ਕੀ ਆ ਅਗੇਂਸਟ ਦੋਨੇ। ਤਾਂ ਉਹ ਕੀ ਕਰੂਗਾ, ਉਹਨੂੰ ਡਰ ਹੋਊਗਾ ਵੀ ਇੱਧਰੋਂ ਵੀ ਨਾ ਹਮਲਾ ਦੇ, ਉਹਨੂੰ ਪਤਾ ਮੈਂ ਇਹ 'ਤੇ ਹਮਲਾ ਕਰਨਾ ਇਹ 'ਤੇ। ਤਾਂ ਕੀ ਕਰੂ, ਪਹਿਲਾਂ ਜਾ ਕੇ ਇਹਦੇ ਨਾਲ ਕਰ ਲਊਗਾ ਕੋਈ ਮੈਟਰੀਮੋਨੀਅਲ ਰਿਲੇਸ਼ਨ ਕਰ। ਜਾਂ ਤਾਂ ਛੋਟਾ ਸੀਗਾ ਤਾਂ ਉਦੋਂ ਕਹਿੰਦਾ ਕਰੇ ਵੀ ਆਪਣੀ ਰਾਣੀ ਦਾ ਵਿਆਹ ਮੇਰੇ ਨਾਲ ਕਰ ਦਿਓ, ਸਮਝੇ ਗੱਲ ਨੂੰ। ਵੱਡਾ ਹੋ ਗਿਆ ਤਾਂ ਆਪਣੇ ਬੇਟਿਆਂ ਦਾ ਵਿਆਹ ਕਿਹਦੇ ਨਾਲ ਕਰਵਾ, ਦੂਜੇ ਪਾਸੇ ਕਰਵਾਤਾ। ਤਾਂ ਇਹਦੇ ਨਾਲ ਕੀ ਬਣਾ ਲਿਆ, ਮੈਟਰੀਮੋਨੀਅਲ ਰਿਲੇਸ਼ਨਸ। ਤਾਂ ਹੁਣ ਪੱਕਾ ਹੋ ਗਿਆ ਭਾਈ ਹੁਣ ਇਹ ਹਮਲਾ ਨਹੀਂ ਕਰਦੇ ਸਾਡੇ, ਸਮਝੇ ਗੱਲ ਨੂੰ। ਤਾਂ ਇੱਕ ਪੱਕੀ ਕਰ ਲਿਆ, ਮਜ਼ਬੂਤ ਕਰ ਲਿਆ ਵੀ ਇੱਧਰੋਂ ਹਮਲਾ ਨਹੀਂ ਹੋ ਸਕਦਾ। ਚੱਕੀ ਸਾਰੀ ਫੌਜ ਕਿਹੜੇ ਪਾਸੇ ਲਾਤੀ, ਇੱਧਰਲੇ ਪਾਸੇ ਲਾਤੀ, ਪੂਰਾ ਟੋਲ ਅਟੈਕ, ਸਮਝੇ ਗੱਲ ਨੂੰ। ਤਾਂ ਆਹ ਇਲਾਕਾ ਕੀ ਕਰ ਲਿਆ, ਜਿੱਤ ਲਿਆ। ਫਿਰ ਅੱਗੇ ਜਾ ਕੇ ਹੁਣ ਆਹ ਕੰਮ ਖਤਮ ਹੋ ਗਿਆ ਇਹਨਾਂ ਦਾ, ਫਿਰ ਅਗਲੀ ਵਾਰੀ ਅਟੈਕ ਕਿਤੇ ਕਰਤਾ, ਇਹਦੇ ਕਰਤਾ, ਸਮਝੇ ਗੱਲ ਨੂੰ। ਤਾਂ ਮਹਾਰਾਣੀ ਸੱਸ ਸੀਗੀ, ਸੱਸ ਨੂੰ ਕੀ ਕਰ ਲੈਂਦੇ ਨੇ,
ਜੇਲ੍ਹ 'ਚ ਪਾ ਆਉਂਦੇ ਨੇ ਬਾਅਦ ਵਿੱਚ ਕਰ ਚੱਕ ਕੇ, ਸਮਝੇ ਗੱਲ। ਸਿਆਸਤ ਦਾ ਇਲਾਕਾ ਰਹਿ ਜਾਂਦਾ ਇਕੱਲੀ ਦਾ, ਵੀ ਜਿਹੜਾ ਜਿੱਤਣਾ ਹੁੰਦਾ ਉਹਨੂੰ ਚੱਕ ਕੇ ਜੇਲ੍ਹ 'ਚ ਪਾ ਕੇ ਸਾਰਾ ਇਲਾਕਾ ਕਰ ਲੈਂਦੇ ਨੇ। ਤਾਂ ਐਂ ਨਹੀਂ ਵੀ ਰਾਜ ਐਂ ਹੀ ਕਰਦੇ ਰਹੇ ਨੇ, ਰਾਜਿਆਂ ਸਾਹਮਣੇ ਨਹੀਂ ਮੈਟਰੀਮੋਨੀਅਲ ਰਿਲੇਸ਼ਨ ਆ ਨਾ, ਉਹ ਇੱਕ ਤਰੀਕੇ ਨਾਲ ਸਬੂਤ ਸੀ ਹੁੰਦੇ ਸੀ ਵੀ ਭਾਈ ਇਹ ਸਾਡੇ ਤੇ ਹਮਲਾ ਨਹੀਂ ਕਰਨਗੇ, ਸਮਝੇ ਗੱਲ ਨੂੰ। ਤਾਈਓ ਕੋਈ ਰਾਜਾ ਆਪਣੀ ਕੁੜੀ ਦਾ ਵਿਆਹ ਕਰਦਾ ਸੀ ਤਾਂ ਕਿ ਦੈਟ ਇਜ਼ ਕਿ ਇੱਕ ਐਂ ਪੱਕਾ ਹੋ ਜੇ ਵੀ ਹਾਂ ਜੇ ਸਾਡੇ ਤੇ ਹੁਣ ਹਮਲਾ ਨਹੀਂ ਹੋ ਸਕਦਾ। ਤਾਂ ਜਿੰਨੀਆਂ ਬਾਉਂਡਰੀਜ਼ ਹੁੰਦੀਆਂ ਸੀਗੀਆਂ, ਬਾਉਂਡਰੀਜ਼ ਨਾਲ ਰਾਜਾ ਕੀ ਕਰਦਾ ਸੀਗਾ, ਕੁੜੀ ਜਾਂ ਤਾਂ ਆਪਣੀ ਦਿੰਦਾ ਜਾਂ ਕੁੜੀ ਉਹਨਾਂ ਨਾਲ ਵਿਆਹ ਕਰਵਾਉਂਦਾ ਤਾਂ ਕਿ ਕੀ ਹੈ ਲੜਾਈ ਨਾ ਹੋ ਸਕੇ। ਇਹਦੇ ਲਈ ਕੀ ਹੈ ਮੈਟਰੀਮੋਨੀਅਲ ਰਿਲੇਸ਼ਨ। ਉਹੀ ਗੱਲ ਇਹਨਾਂ ਨੇ ਕੀਤੀ। ਤਾਂ ਬਹੁਤ ਸਾਰੇ ਰਾਜੇ ਆਏ ਜਿਨ੍ਹਾਂ ਨੇ ਕਿ ਮੈਟਰੀਮੋਨੀਅਲ ਰਿਲੇਸ਼ਨਸ ਕੀਤੇ ਤੇ ਜਿੱਦੇ ਬਹੁਤ ਇਲਾਕੇ ਦੇ ਦਿੱਤੇ ਨੇ। ਲਿਖੋ ਕੁਝ ਮੇਨ ਰਾਜੇ, ਲਿਖੋ ਚੰਦਰਗੁਪਤ ਬਣ ਨੇ ਲਿਛਵੀ ਰਾਜਿਆਂ ਦੀ ਧੀ ਕੁਮਾਰਾ ਦੇਵੀ ਨਾਲ ਵਿਆਹ ਕਰਵਾਇਆ। ਲਿਛਵੀ ਰਾਜਿਆਂ ਦੀ ਧੀ ਕੁਮਾਰਾ ਦੇਵੀ ਨਾਲ ਵਿਆਹ ਕਰਵਾਇਆ ਅਤੇ ਹੌਲੀ ਹੌਲੀ ਸਾਰਾ ਯੂਪੀ ਬਿਹਾਰ ਆਪਣੇ ਅਧੀਨ ਕਰ ਲਿਆ। ਹੁਣ ਜਿੱਤਣਾ ਸਟਾਰਟ ਕਰ ਰਹੇ ਨੇ ਰਾਜੇ, ਦੁਬਾਰਾ ਤੋਂ ਵੱਡਾ ਭਾਰਤ ਬਣਾਉਣਾ ਜਾ ਰਹੇ ਨੇ। ਤਾਂ ਹੌਲੀ ਹੌਲੀ ਨੇ ਯੂਪੀ ਬਿਹਾਰ ਨੂੰ ਆਪਣੇ ਅਧੀਨ। ਹੁਣ ਹੂ ਇਜ਼ ਲਿਛਵੀ, ਜੇ ਪਤਾ ਹੋਵੇ ਸ਼ਾਇਦ ਤੁਹਾਨੂੰ ਪੜ੍ਹਾਇਆ ਨਹੀਂ ਕਿਉਂਕਿ ਆਪਾਂ ਥੋੜ੍ਹਾ ਜਿਹਾ ਫਾਸਟ ਪੜ੍ਹ ਰਹੇ ਹਾਂ। ਲਿਛਵੀਜ਼ ਕੌਣ ਸੀਗੇ? ਜੈਨਿਜ਼ਮ, ਜੈਨ ਧਰਮ ਦੇ ਗੁਰੂ ਸੀ ਮਹਾਵੀਰ ਜੈਨ। ਉਹ ਲਿਛਵੀ ਸਾਮਰਾਜ ਦੇ ਕਿਸੇ ਰਾਜੇ ਸੀਗੇ, ਉਹ ਰਾਜੇ ਦੇ ਪੁੱਤਰ ਸੀਗੇ। ਤਾਂ ਉਹ ਲਿਛਵੀ ਸਮਾਜ ਆ। ਤਾਂ ਉਹਨਾਂ ਦੀ ਧੀ ਨਾਲ ਜੱਟ ਸੀ ਅੱਗੇ ਜਾ ਕੇ ਕੀ ਇਹ ਵਿਆਹ ਕਰਾਉਂਦੇ ਨੇ ਤੇ ਵਿਆਹ ਕਰਾ ਕੇ ਜੱਟ ਕੀ ਹੌਲੀ ਹੌਲੀ ਮੈਟਰੀਮੋਨੀਅਲ ਰਿਲੇਸ਼ਨਸ ਪਲੱਸ ਨਾਲ ਕੀ ਹਮਲੇ ਕਰਦੇ ਸਟਾਰਟ ਕਰਦੇ। ਅੱਗੇ ਲਿਖੋ ਇਸ ਤੋਂ ਬਾਅਦ ਸਮੁੰਦਰਗੁਪਤ ਰਾਜਾ ਹੋਏ ਜਿਨ੍ਹਾਂ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ। ਬਹੁਤ ਇੰਪੋਰਟੈਂਟ ਲੈਣ। ਸਮੁੰਦਰਗੁਪਤ ਹੋਏ ਜਿਨ੍ਹਾਂ ਨੂੰ ਭਾਰਤ ਦਾ ਨੈਪੋਲੀਅਨ ਰਾਜਾ ਕਹਿੰਦੇ। ਕਿਉਂਕਿ ਸਾਥੀਓ ਮੈਂ ਦੱਸਦਾ ਵੀ ਹੁੰਦਾ ਕਲਾਸ 'ਚ ਪਹਿਲਾਂ ਇਹ ਨੈਪੋਲੀਅਨ ਰਾਜਾ ਹੋਇਆ ਕੌਸੋਂ ਵੀ ਕਿੱਥੋਂ ਦਾ? ਤਾਂ ਨੈਪੋਲੀਅਨ ਰਾਜਾ ਹੋਇਆ ਫਰਾਂਸ ਦਾ। ਨੈਪੋਲੀਅਨ ਰਾਜਾ ਹੋਇਆਗਾ ਫਰਾਂਸ ਦਾ। ਤੇ ਬੰਦਾ ਬਹੁਤ ਯਾਨੀ ਕਿ ਤਕੜਾ ਬੰਦਾ ਸੀ। ਤਕੜਾ ਕਿਵੇਂ? ਇਹ ਤੋਂ ਪਹਿਲਾਂ ਫਰਾਂਸ ਦੇ ਵਿੱਚ ਸਿਸਟਮ ਕੀ ਸੀਗਾ? ਫਰਾਂਸ ਨੂੰ ਤਿੰਨ ਭਾਗਾਂ 'ਚ ਵੰਡਿਆ ਹੋਇਆ। ਪਹਿਲੀ ਹੈਗੀ ਫਸਟ ਕਲਾਸ ਦੇ ਵਿੱਚ ਕੀ ਆਉਣਗੇ? ਓਨਲੀ ਐਂਡ ਓਨਲੀ ਰਾਜੇ ਤੇ ਨਾਲ ਦੇ ਵਿੱਚ ਕੌਣ ਆਉਣਗੇ? ਪ੍ਰੀਸਟ। ਭਾਵ ਜਿਹੜੇ ਈਸਾਈ ਧਰਮ ਦੇ ਕੀ ਨੇ ਮੰਨਣ ਵਾਲੇ ਪ੍ਰੀਸਟ ਨੇ ਵੱਡੇ ਉਹ ਆਉਣਗੇ। ਸੈਕਿੰਡ ਕਲਾਸ ਕੌਣ ਆ? ਜਿਹੜੇ ਇਹਦੇ ਥੱਲੇ ਕੀ ਸਰਕਾਰੀ ਜੌਬ ਕਰਦੇ ਆ, ਭਾਵ ਕੋਈ ਸੈਨਾਪਤੀ ਹੋ ਗਈ ਤਾਂ ਸੈਨਾ ਦੇ ਬੰਦੇ। ਤੀਜੇ ਨੰਬਰ 'ਤੇ ਸਾਰੇ ਤਰ੍ਹਾਂ ਦੇ ਲੋਕ ਹੋ ਗਏ, ਇਹ ਨਹੀਂ ਬਸ ਕੋਈ ਮਰਜ਼ੀ ਬੰਦਾ। ਅਸੀਂ ਦੇਖਦੇ ਹਾਂ ਕਿ ਰਾਜ ਦਾ ਸਿਸਟਮ ਹੀ ਇਹੋ ਜਿਹਾ ਬਣ ਗਿਆ ਕਿ ਅਰਾਊਂਡ 70% ਰੁਪਇਆ ਤੇ ਇਹਨਾਂ ਦੀ ਪੋਪੂਲੇਸ਼ਨ ਓਨਲੀ 1% ਆ, ਇਹਨਾਂ ਦੀ ਪੋਪੂਲੇਸ਼ਨ ਓਨਲੀ 2% ਆ। 97% ਕੌਣ ਨੇ? ਆ ਤੀਜੇ ਤਰ੍ਹਾਂ ਦੇ ਲੋਕ। ਸਮਝੇ ਗੱਲ ਨੂੰ? ਤਾਂ ਬਹੁਤ ਥੋੜੀ ਪੋਪੂਲੇਸ਼ਨ ਕੀ ਹੈ ਇਹਨਾਂ ਦੀ ਹੈ ਤੇ ਇਹਨਾਂ ਦੀ ਜਾਇਦਾਦ ਬਹੁਤ। ਇਹਨਾਂ ਕੋਲ 70% ਪ੍ਰਾਪਰਟੀ ਆ ਤੇ ਇਹਨਾਂ ਕੋਲ ਓਨਲੀ ਕਿੰਨੀ ਪ੍ਰਾਪਰਟੀ ਆ? 30%। अब जिन्ना फ्रांस च रुपया इन्ना 3% को 70% रुपया तो इन्ना को सिर्फ 30 रुपये। तो तीजा रूल की सीगा कि सारा टैक्स जिन्ना भी टैक्स होगा वो सिर्फ कौन भरनगे? आ तीजे तरह के लोग ही भरनगे। उपरली क्लास में कोई टैक्स भरने की लोड़ नहीं हैगी, उन्होंने वास्ते टैक्स की है माफ। चौथी गल की इन्हों ने कुछ इन्हों तो काम करवाना, कोई राजे तो काम करवाना, प्रीस्ट तो काम करवाना, सैना या जो मुखी उन्होंने काम करवाना, तो उन्होंने कोई ना कोई की लेके जाना पऊगा, गिफ्ट लेके जाना। समझ गल खाली हथ नहीं जा सकते। कौन आ बंदे इन्होंने कोई ना कोई चीज़ की है लेके जानी पऊगी। हुण रूल की बन गया? हुण कोई बंदा मान ला भी मेरे को समान लैके आया भी भाई मेरा काम करा दो, मैं को ना लैके चल, पहले मैं 2 बोरियां की लैके दे, आलूआं दे लैके दे। समझ गल तुसीं जवाकां नूं आलू खवाउणे ने, सानूं गंढे लैके दे बोरी, पहलां फिर गल करूँगा। तो मंगां वधी गईयां, मंगां वाधे तो वो लोग इन्ने अट गए, उन्होंने दैट इज की करता बगावत करती किहदे विरुद्ध? राजे दे विरुद्ध। राजे विरुद्ध बगावत करती तो बगावत करके नारा लैके आए कि इक्वैलिटी, नारा लैके आए इक्वैलिटी, समानता। सानूं समानता चाहिदी आ, लिबर्टी आज़ादी,
ਸਾਨੂੰ ਸਿਸਟਮ ਤੋਂ ਕੀ ਚਾਹੀਦੀ ਆ, ਆਜ਼ਾਦੀ ਚਾਹੀਦੀ ਆ। ਤੀਜੇ ਨੰਬਰ ਤੇ ਫਰੈਟਰਨਿਟੀ। ਵਟ ਇਜ਼ ਫਰੈਟਰਨਿਟੀ? ਭਾਈਵਾਦ ਦੀ ਭਾਵਨਾ। ਅੱਜ ਸਾਨੂੰ ਆਪੇ ਗੁਲਾਮ ਸਮਝਦੇ ਨੇ ਵੀ ਅਸੀਂ ਤਾਂ ਗੁਲਾਮ ਹੋਈਏ, ਗੁਲਾਮ ਨਹੀਂ ਹੈ ਅਸੀਂ ਸਾਰੇ ਫਰੈਂਚਾਂ। ਸਾਨੂੰ ਕੀ ਚਾਹੀਦੀ ਹੈ? ਭਾਈਵਾਦ ਦੀ ਭਾਵਨਾ ਚਾਹੀਦੀ ਆ। ਤਾਂ ਆਹ ਤਿੰਨੇ ਨਾਅਰੇ ਸਾਡੇ ਪ੍ਰੀਐਂਬਲ 'ਚ ਵੀ ਲਿਖੇ ਹੋਏ ਨੇ। ਕੁਐਸਚਨ ਆਊਗਾ ਕਿ ਨਾਅਰਾ ਆਇਆ ਕਿੱਥੋਂ ਆ? ਸਾਥੀਓ ਇਹ ਨਾਅਰਾ ਫਰਾਂਸ ਦੀ ਕ੍ਰਾਂਤੀ ਦੇ ਵਿੱਚੋਂ, ਫਰਾਂਸ ਦੀ ਕ੍ਰਾਂਤੀ ਦੇ ਵਿੱਚੋਂ। ਸਮਝੇ ਗੱਲ ਨੂੰ? ਤਾਂ ਇਹ ਨਾਅਰਾ ਦੇ ਕੇ ਇਹਨਾਂ ਲੋਕਾਂ ਨੇ ਦੈਟ ਇਜ਼ ਕੇ ਬਗਾਵਤ ਕਰ ਲਈ। ਹੁਣ ਬਗਾਵਤ ਕਰਨ ਵਾਲਾ ਮੇਨ ਬੰਦਾ ਉਹ ਕੌਣ ਆ ਸਾਥੀਓ? ਇਟ ਇਜ਼ ਨੈਪੋਲੀਅਨ। ਤੇ ਨੈਪੋਲੀਅਨ ਮੇਨ ਬੰਦਾ ਹੁੰਦਾ ਉਹਨਾਂ ਦਾ ਜਿਹੜਾ ਬਗਾਵਤ ਕਰਦਾ, ਤੇ ਬਗਾਵਤ ਕਰਕੇ ਆਹ ਰਾਜੇ ਨੂੰ ਕਰਨ ਦਾ ਉਹ ਮਾਰ ਦਿੰਦਾ। ਸਮਝੇ ਗੱਲ ਨੂੰ? ਇਹਨੂੰ ਕਹਿੰਦੇ ਗਿਲੋਟੀਨ ਕਰਨਾ। ਰਾਜਾ ਗਿਲੋਟੀਨ ਕਰਤਾ ਜਾਂਦਾ। ਬਟ ਇਹਦਾ ਮੀਨਿੰਗ ਆਫ ਗਿਲੋਟੀਨ ਤਾਂ ਪਹਿਲਾਂ ਕੀ ਹੁੰਦਾ ਸੀਗਾ, ਵਿਚਾਲੇ ਜਿਹਾ ਫੱਟਾ ਜਿਹਾ ਪਾਇਆ ਹੁੰਦਾ ਸੀਗਾ, ਉਹਦੇ ਉੱਤੇ ਕੀ ਬਲੇਡ ਜਿਹੇ ਹੁੰਦੇ ਸੀਗੇ, ਉਹਦਾ ਮੂੰਹ ਜਿਹਾ ਵਿਚਾਲੇ ਵਸਾਂ ਦੇ ਜਾ ਕੇ ਉੱਪਰਲੇ ਪਾਸੇ ਕੀ ਵੜ ਦਿੰਦਾ ਜਾਂਦੇ। ਸਮਝੇ ਗੱਲ ਨੂੰ? ਕਹਿੰਦੇ ਗਿਲੋਟੀਨ ਕਰਨਾ। ਤਾਂ ਪਹਿਲੀ ਵਾਰ ਰਾਜਾ ਇਤਿਹਾਸ 'ਚ ਗਿਲੋਟੀਨ ਕੀਤਾ ਗਿਆ ਸੀਗਾ। ਤੇ ਕਿੱਥੋਂ ਦਾ? ਫਰਾਂਸ ਦਾ ਰਾਜਾ ਗਿਲੋਟੀਨ ਕਰਦੇ ਨੇ। ਜਦੋਂ ਹੀ ਰਾਜਾ ਕੌਣ ਬਣੂਗਾ? ਨੈਪੋਲੀਅਨ ਬਣੂਗਾ। ਉਹ ਕਹਿ ਦੂਗਾ ਵੀ ਅੱਜ ਤੋਂ ਬਾਅਦ ਸਿਸਟਮ ਸਾਰਾ ਕੀ ਆ, ਖਤਮ। ਤਾਂ ਮੈਂ ਕੀ ਲੈ ਕੇ ਆਊਂਗਾ? ਇਕੁਐਲਿਟੀ, ਲਿਬਰਟੀ, ਫਰੈਟਰਨਿਟੀ। ਸਭ ਨੂੰ ਟੈਕਸ ਪੇ ਕਰਨਾ ਪਊਗਾ। ਸਾਰੇ ਪਾਸੇ ਇਕੁਐਲਿਟੀ ਆ, ਸਾਰੇ ਪਾਸੇ ਕੀ ਲਿਬਰਟੀ ਆ। ਜਿਵੇਂ ਤੁਸੀਂ ਕਰਨਾ ਚਾਹੁੰਦੇ ਆਪਣਾ ਉਵੇਂ ਕੰਮ ਕਰ ਸਕਦੇ। ਹੁਣ ਉਹਨੂੰ ਦੇਖ ਕੇ ਬਾਕੀ ਵੀ ਲੋਕ ਖੁਸ਼ ਹੋ ਜਾਣਗੇ ਵੀ ਇਹ ਤਾਂ ਸਿਸਟਮ ਵਾਲਾ ਵਧੀਆ ਲੈ ਕੇ ਆਇਆ ਨੈਪੋਲੀਅਨ। ਤਾਂ ਉਹ ਆਪ ਹਾਕਾਂ ਮਾਰਨਗੇ ਵੀ ਸਾਡੇ ਰਾਜੇ ਦੀ ਵੀ ਕੀ ਕਰੋ, ਹਮਲਾ ਕਰੋ। ਦੂਜੀ ਹਾਕਾਂ ਮਾਰਨ ਸਾਡੇ ਰਾਜੇ 'ਤੇ ਵੀ ਹਮਲਾ ਕਰੋ, ਤੁਹਾਨੂੰ ਅਸੀਂ ਸਾਥ ਦੇਵਾਂਗੇ, ਤੁਹਾਡਾ ਸਾਥ ਦੇਵਾਂਗੇ। ਤਾਂ ਕਰਦੇ ਕਰਾਉਂਦੇ ਯੂਰਪ ਦੇ ਜਿੰਨੇ ਵੀ ਦੇਸ਼ ਹੁੰਦੇ ਨੇ ਸਾਰਿਆਂ 'ਤੇ ਕੌਣ ਕੀ ਕਰਦਾ ਹੈਗਾ? ਨੈਪੋਲੀਅਨ ਹਮਲਾ ਕਰੋ, ਸਾਰਿਆਂ ਨੇ ਹਮਲਾ ਕਰਨਾ। ਤੇ ਲੋਕ ਆਪ ਚਾਹੁੰਦੇ ਵੀ ਹਮਲਾ ਕਰੇ ਸਾਡੇ 'ਤੇ। ਸਮਝੇ ਗੱਲ ਨੂੰ? ਤਾਂ ਬਹੁਤ ਹੀ ਵੱਡਾ ਯੂਰਪ ਕੇ ਜਿੱਤ ਲੈਂਦਾ। ਇਸ ਤੱਕ ਵੀ ਕਹਿੰਦਾ ਕਿ ਮੈਂ ਹਮਲਾ ਕਰੂੰਗਾ ਕਿਤੇ ਭਾਰਤ। ਭਾਰਤ ਕਿਉਂਕਿ ਉਸ ਟਾਈਮ ਤੇ ਭਾਰਤ ਨਹੀਂ ਹੈਗਾ, ਉਸ ਟਾਈਮ ਤੇ ਭਾਰਤ ਕਿ ਬ੍ਰਿਟਿਸ਼ ਇੰਡੀਆ, ਅੰਗਰੇਜ਼ਾਂ ਦੇ ਭਾਗ ਆ ਆਪਾਂ ਨੂੰ। ਦੈਟ ਮੀਨਸ ਆਪਾਂ ਵੀ ਕੀ ਅੰਗਰੇਜ਼ ਹੀ ਇੱਕ ਤਰੀਕੇ ਦੇ। ਤਾਂ ਉਹ ਕਹਿੰਦਾ ਕਿ ਮੈਂ ਬਹੁਤ ਛੇਤੀ ਕੀ ਕਰ ਰਿਹਾ ਹੈਗਾ? ਹਮਲਾ ਕਰ ਰਿਹਾ ਕਿਹਦੇ 'ਤੇ? ਭਾਰਤ 'ਤੇ। ਤਾਂ ਜਦੋਂ ਪਤਾ ਲੱਗਦਾ ਹਮਲਾ ਕਰਨਾ ਹੈ ਤਾਂ ਹੀ ਅਸੀਂ ਭੱਜੇ ਜਾਂਦੇ ਹਾਂ। ਅੰਗਰੇਜ਼ ਕਿਹਨੂੰ ਮਿਲਦੇ ਨੇ? ਅਫਗਾਨਿਸਤਾਨ ਦੇ ਰਾਜੇ ਨੂੰ। ਉਹਨੂੰ ਕਹਿਣਗੇ ਵੀ ਤੈਨੂੰ ਕੀ ਚਾਹੀਦਾ ਲੈ ਜਾ ਕਰ। ਸਮਝੀ ਗੱਲ ਨੂੰ? ਅਫਗਾਨਿਸਤਾਨ ਦੇ ਨੂੰ ਕਹਿੰਦੇ ਵੀ ਸਾਤੋਂ ਕੁਝ ਮਰਜ਼ੀ ਲੈ, ਕਿਉਂਕਿ ਸਾਡੀ ਬਾਉਂਡਰੀ ਲੱਗਦੀ ਹੈ, ਬਸ ਇੰਨੇ ਹੀ ਫਰਕ ਰਹਿ ਜਾਂਦਾ। ਇੱਥੇ ਵਿਚਾਲੇ ਅਫਗਾਨਿਸਤਾਨ ਆ, ਇੱਥੇ ਕੀ ਹੈਗਾ? ਬ੍ਰਿਟੇਨ, ਆਪਾਂ ਇੰਡੀਆ, ਉੱਪਰ ਇੱਥੇ ਤੱਕ ਪਹੁੰਚ ਜਾਂਦਾ। ਨੈਪੋਲੀਅਨ ਆਹ ਤੱਕ ਆ ਜਾਂਦਾ। ਦੱਸ ਕਿਉਂ? ਕਿਹੜੇ ਤੇ? ਡੀਯੂ ਵਾਲੇ ਤੇ ਕਿ ਹੋਰ ਤੇ? ਠੀਕ ਆ। ਤਾਂ ਇੱਥੇ ਸਾਥੀਓ ਮੈਂ ਸਮਝਾਉਣ ਗੱਲ ਕੀ ਆ, ਇੱਥੇ ਤੱਕ ਜਿੱਤ ਲੈਂਦਾ ਫਰਾਂਸ, ਸਿਰਫ 40 ਕਹਿੰਦਾ ਅਫਗਾਨਿਸਤਾਨ ਰਹਿ ਜਾਂਦਾ। ਥੱਲੇ ਕੀ ਆ ਗਿਆ? ਭਾਰਤ। ਤਾਂ ਡਰ ਪੈ ਜਾਂਦਾ। ਤਾਂ ਅਫਗਾਨਿਸਤਾਨ ਨੂੰ ਆਪਾਂ ਪੂਰੀ ਫੁੱਲ ਮਦਦ ਦਿੰਦੇ ਹਾਂ ਵੀ ਯਾਰ ਕੀ ਚਾਹੀਦਾ ਨੂੰ ਸਾਡੇ ਤੋਂ ਲਓ, ਪਰ ਸਾਡੇ ਤੁਸੀਂ ਵਿਚਾਲੇ ਰਹੋ, ਤੁਹਾਨੂੰ ਨਾ ਜਿੱਤ ਲਵੇਗਾ ਇਹਨਾਂ ਨੂੰ। ਤੁਹਾਨੂੰ ਜਿੱਤ ਲੈ ਫਿਰ ਸਾਡਾ ਕੰਮ ਹੋ ਗਿਆ ਨਾਲ ਦੀ ਨਾਲ ਕਰੇ। ਪਰ ਇਹਨੂੰ ਜਦੋਂ ਇੱਧਰ ਨੂੰ ਆਉਂਦਾ ਮਗਰਲੇ ਪਾਸੋਂ ਰਸ਼ੀਆ ਹਮਲਾ ਕਰਨ ਦਾ ਕਿਤੇ ਨੈਪੋਲੀਅਨ ਦੇ ਪਿਛਲੇ ਪਾਸੇ ਹਮਲਾ ਹੋ ਜਾਂਦਾ। ਪਿਛਲੇ ਪਾਸੇ ਹਮਲਾ ਹੋ ਜਾਂਦਾ ਤਾਂ ਉਹ ਹਾਰਨਾ ਸਟਾਰਟ ਕਰਦਾ, ਜਿਹਦੇ ਨਾਲ ਦੈਟ ਇਜ਼ ਕਿ ਨੈਪੋਲੀਅਨ ਕੀ ਆ? ਕਮਜ਼ੋਰ ਹੋਣਾ ਸਟਾਰਟ। ਇੱਕ ਸਮੇਂ ਤਾਂ ਇਹ ਜਿਹਾ ਹੁੰਦਾ ਵੀ ਐਂ ਲੱਗਦਾ ਭਾਰਤ ਵਿੱਚ ਅਗਲਾ ਰਾਜ ਕਿਹਦਾ ਹੋਊਗਾ? ਫਰਾਂਸ ਦਾ ਹੋਊਗਾ। ਨੈਪੋਲੀਅਨ ਸਮੇਂ ਤਾਂ ਇੰਨਾ ਹੁੰਦਾ। ਤਾਂ ਬਹੁਤ ਤਕੜਾ ਰਾਜਾ ਹੈ ਨੈਪੋਲੀਅਨ, ਜਿਹੜਾ ਕੀ ਲੈ ਕੇ ਆਇਆ? ਵਿਚਾਰ ਲੈ ਕੇ ਆਇਆ ਤੇ ਵੱਡਾ ਦੈਟ ਇਜ਼ ਕੀ ਆ? ਯੂਰਪ ਨੂੰ ਕੀ ਇਕੱਠਾ ਕਰਤਾ। ਤਾਂ ਉਵੇਂ ਹੀ ਸਭ ਤੋਂ ਜ਼ਿਆਦਾ ਜਿਹੜੇ ਰਾਜ ਟੁੱਟੇ ਹੋਏ ਸੀਗੇ ਉਹਨੂੰ ਵੱਡਾ ਭਾਰਤ ਬਣਾਉਣ ਵਾਲਾ ਕੰਮ ਕੌਣ ਕਰਦਾ? ਇਟ ਇਜ਼ ਸਮੁੰਦਰ ਗੁਪਤ ਦੈਟ ਇਜ਼ ਕਿ ਭਾਰਤ ਨੂੰ ਇਕੱਠਾ ਕਰਦਾ। ਤਾਂ ਕਰਕੇ ਇਹਨੂੰ ਭਾਰਤ ਦਾ ਨੈਪੋਲੀਅਨ ਵੀ ਕਹਿੰਦੇ। ਅਗਲੇ ਵੱਲ ਨਾ ਡਾਕਟਰ ਮੇਲ ਕਰਦਾ ਨਹੀਂ। ਅੱਗੇ ਦੇਖੋ, ਅਗਲੇ ਦੇਖੋ, ਸਮੁੰਦਰ ਗੁਪਤ ਨੂੰ ਕਵੀ ਰਾਜ, ਸਾਰੇ ਕੁਐਸਚਨ ਉਹੀ ਲਿਖਾ ਰਹੇ ਪੇਪਰ 'ਚ ਆਉਂਦੇ ਨੇ, ਬਾਕੀ ਕੁਐਸਚਨ ਕੋਈ ਨਹੀਂ ਲਿਖਾ ਰਿਹਾ। ਸਮੁੰਦਰ ਗੁਪਤ ਨੂੰ ਕਵੀ ਰਾਜ, ਕਿਉਂਕਿ ਬਹੁਤ ਸੋਹਣੇ ਕੀ ਨੇ? ਗਾਇਕ ਵੀ ਨੇ, ਕਵੀ ਵੀ ਨੇ। ਕਵੀ ਰਾਜ ਵੀ ਕਹਿੰਦੇ ਹਨ, ਕਵੀ ਰਾਜ ਵੀ ਕਹਿੰਦੇ ਹਨ, ਕਵੀ ਰਾਜ ਵੀ ਕਹਿੰਦੇ ਹਨ। ਇਹਨਾਂ ਨੇ ਇਲਾਹਾਬਾਦ ਵਿੱਚ ਗੁਪਤਾ ਸਤੰਭ ਦੀ ਸਥਾਪਨਾ ਵੀ ਕੀਤੀ। ਗੁਪਤਾ ਸਤੰਭ ਦੀ ਸਥਾਪਨਾ ਵੀ ਕੀਤੀ। ਤਾਂ ਅੱਜ ਇੱਕ ਇਹਨਾਂ ਨੇ ਪਿੱਲਰ ਲਾਇਆ ਸੀਗਾ, ਫੋਟੋ ਆਉਂਦੀਆਂ ਹੁੰਦੀਆਂ ਨੇ, ਇੱਕ ਪਿੱਲਰ ਲਾਇਆ ਲੋਹੇ ਦਾ ਵਿਚਾਲੇ ਜਮਾ ਖੜਾ। ਕਦੋਂ ਰਾਜ ਸੀਗਾ? 319 ਦੇ ਵਿਚਕਾਰ ਇਹਨਾਂ ਦਾ। ਅੱਜ ਕਿੰਨੇ ਸਾਲ ਹੋ ਗਏ? 2200, 2000 ਚੱਲਦਾ, ਅਰਾਊਂਡ 1700 ਸਾਲ ਹੋ ਗਏ। ਅੱਜ ਵੀ ਉਹ ਪਿੱਲਰ ਉਵੇਂ ਦਾ ਉਵੇਂ। ਤਾਂ ਹੁਣ ਕਿਹੜੀ ਟੈਕਨੋਲੋਜੀ ਲਾਈ ਆ ਉਹਨਾਂ ਨੇ? ਉਹ ਟੈਕਨੋਲੋਜੀ ਕਰ ਕਿਹੜੀ? ਇਹ ਜੀ ਲੋਹਾ, ਲੋਹਾ ਲੱਗਦਾ
ਪਰ ਲੋਹਾ ਵੀ ਨਹੀਂ ਪੂਰੀ ਤਰ੍ਹਾਂ ਵੀ ਕਿਹੜੀ ਚੀਜ਼ ਇਹ ਜਿਹੀ ਲਾਈ ਜਿਹੜੀ 17 ਸਾਲ ਬਾਅਦ ਅੱਜ ਵੀ ਨਾਲ ਖੜਾ ਐ ਨਹੀਂ ਹੈਗਾ ਵੀ ਕੋਈ ਉੱਪਰ ਸ਼ੈੱਡ ਪਾਇਆ ਹੈ ਜਮਾ ਓਪਨਲੀ ਖੜਾ। ਹੁਣ ਆਪਣੇ 100 ਸਾਲ ਇੱਥੇ ਕੋਈ ਲੋਹਾ ਪਿਆ ਰਹੇ, ਲੋਹਾ ਕੀ ਹੋ ਜਾਊਗਾ, ਜਲ ਜੂ ਨਾ ਨਾਲ ਨਾਲ